ਹੈਲੋ ਸਟੂਡੈਂਟਸ, ਅੱਜ ਆਪਾਂ ਆ ਗਏ ਜੀ ਤੁਹਾਡੇ ਕੋਲ ਪਾਠ ਨੰਬਰ ਜਿਹੜਾ ਹੈਗਾ ਤੁਹਾਡੇ ਕੋਲ 6 ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਪਾਠ ਨੰਬਰ 6 ਹੈਗਾ ਹੈ ਤੇ ਇਹਦੀ ਆਪਾਂ ਜਿਹੜੀ ਹੈਗੀ ਹੈ ਸ਼ੀਟ ਸੋਲਵ ਕਰਨੀ ਹੈਗੀ ਹੈ। ਠੀਕ ਹੈ ਜੀ, ਸੋ ਦੇਖੋ ਜੀ ਬਹੁਤ ਜ਼ਿਆਦਾ ਈਜ਼ੀ ਸ਼ੀਟ ਹੈ ਇਹ ਤੁਹਾਡੇ ਕੋਲ। ਠੀਕ ਹੈ, ਸੋ ਆਪਾਂ ਕਲਰ ਸਿਲੈਕਟ ਕਰ ਲਈਏ ਔਰ ਦੇਖੀਏ। ਠੀਕ ਹੈ ਜੀ, ਸੋ ਜਿੰਨਾ ਕੁ ਰਕਮ ਪੜ੍ਹਨ ਨੂੰ ਟਾਈਮ ਲੱਗਣਾ ਉਨਾ ਹੀ ਹੈ। यूरोप ਤੇ ਜਰਮਨੀ, ਫਰਾਂਸ ਆਦਿ ਦੇਸ਼ਾਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਕੀਤੀ। ਆਧੁਨਿਕਤਾ ਆਰੰਭ ਘੱਟ ਤਰੱਕੀ ਕਰਨ ਵਾਲੇ ਦੇਸ਼ਾਂ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਸੀ। ਯੂਰਪ ਅਤੇ ਆਧੁਨਿਕ ਕਾਲ ਦਾ ਆਰੰਭ ਕਦੋਂ ਸ਼ੁਰੂ ਹੋਇਆ? ਮਤਲਬ ਯੂਰਪ 'ਚ ਪਹਿਲਾਂ ਸ਼ੁਰੂ ਹੋ ਗਿਆ ਸੀ, ਗੱਲ ਖਤਮ ਹੈ। ਤਾਂ ਯੂਰਪ 'ਚ ਪਹਿਲਾਂ ਸ਼ੁਰੂ ਹੋ ਗਿਆ ਸੀ ਤਾਂ ਸਿਰਫ ਇਹ 16ਵੀਂ ਸਦੀ 'ਚ। ਠੀਕ ਹੈ, ਭਾਰਤ ਵਿੱਚ ਇੰਨੀਆਂ ਜਿਹੜੀਆਂ ਯੂਰਪੀਅਨ ਸ਼ਕਤੀਆਂ ਸੀਗੀਆਂ ਪੁਰਤਗਾਲੀ, ਡੱਚ, ਫਰਾਂਸੀਸੀ ਐਂਡ ਸਿਰਫ ਅੰਗਰੇਜ਼ ਰਹੇ ਸੀ ਕਰਨਾਟਕਾ ਦੀਆਂ ਲੜਾਈਆਂ ਜਿੱਤ ਕੇ। ਤਾਂ ਕੋਸ਼ਿਸ਼ ਕਹਿੰਦਾ ਕਿ ਅੰਤ ਵਿੱਚ ਕਿਹੜੀ ਯੂਰਪੀਅਨ ਸ਼ਕਤੀ ਭਾਰਤ ਵਿੱਚ ਆਪਣਾ ਰਾਜ ਸਥਾਪਿਤ? ਅਲਟੀਮੇਟਲੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ ਤੇ ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਇਨਫਲੂਐਂਸ ਜ਼ਿਆਦਾ ਨਹੀਂ ਰਿਹਾ। ਤੀਜੀ ਚੀਜ਼ ਹੈਗੀ ਆ ਇਤਿਹਾਸਿਕ ਤੱਥਾਂ ਉੱਤੇ ਆਧਾਰਿਤ ਹੁੰਦਾ ਹੈ। ਤੱਥਾਂ ਉੱਤੇ ਇਤਿਹਾਸ ਤੱਥਾਂ ਉੱਤੇ ਆਧਾਰਿਤ ਹੁੰਦਾ ਹੈ। ਇਤਿਹਾਸਕਾਰਾਂ ਨੂੰ ਵੱਖ-ਵੱਖ ਇਤਿਹਾਸਿਕ ਸਰੋਤਾਂ ਤੇ ਨਿਰਭਰ ਕਰਨਾ ਪੈਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਆਧੁਨਿਕ ਭਾਰਤੀ ਇਤਿਹਾਸ ਦਾ ਸਰੋਤ ਉਰੇ ਨਹੀਂ ਹੈ? ਤੋ ਸਰਕਾਰੀ ਦਸਤਾਵੇਜ਼ ਹੈਗੇ ਨੇ ਜੀ, ਮੈਗਜ਼ੀਨ ਰਸਾਲੇ ਪੁਰਾਣੇ ਹੈਗੇ ਨੇ ਇਤਿਹਾਸਿਕ। ਸੋ ਇਸ ਕੁਐਸਚਨ ਦਾ ਆਨਸਰ ਆ ਹੋਏਗਾ ਜੀ, ਇਹ ਨਹੀਂ ਹੈ। ਇੰਟਰਨੈਟ ਤਾਂ ਹੁਣ ਇਨਵੈਂਟ ਹੋਇਆ ਤੇ ਇੰਟਰਨੈਟ ਨਹੀਂ ਉਹਨੂੰ ਆਪਾਂ ਮੰਨ ਸਕਦੇ ਸੋਰਸ। ਠੀਕ ਹੈ ਜੀ, ਤੇ ਜਿਹੜਾ ਹੈਗਾ ਤੁਹਾਡੇ ਕੋਲ ਸੋ ਇਹ ਤੀਸਰਾ ਹੋ ਗਿਆ। ਚੌਥਾ, ਅਮਨ ਅਤੇ ਹਰਜੀਤ ਆਪਸ ਵਿੱਚ ਭਾਰਤੀ ਇਤਿਹਾਸ ਦੇ ਆਧੁਨਿਕ ਕਾਲ ਮੁਗਲ ਕਾਲ ਬਾਰੇ ਚਰਚਾ ਕਰ ਰਹੇ ਸਨ। ਤੁਸੀਂ ਬੱਚਿਓ ਇਹ ਦੱਸੋ ਕਿ ਭਾਰਤ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ? ਮੁਗਲ ਬਾਦਸ਼ਾਹ ਐਂਡਵਾਲ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਮਤਲਬ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਸੀਗਾ। ਠੀਕ ਹੈ ਜੀ, ਭਾਰਤ ਵਿੱਚ ਆਧੁਨਿਕ ਕਾਲ ਮਤਲਬ ਮੁਗਲ ਕਾਲ ਦਾ ਅੰਤ ਹੋ ਗਿਆ ਸੀਗਾ, ਆਧੁਨਿਕ ਕਾਲ ਦਾ ਆਰੰਭ ਹੋ ਗਿਆ ਸੀਗਾ। ਠੀਕ ਹੈ ਜੀ, ਸੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਕਿਉਂਕਿ ਬਹਾਦਰ ਸ਼ਾਹ ਜ਼ਫਰ ਆ ਗਿਆ ਉਦੋਂ ਇੰਗਲਿਸ਼ ਪੀਪਲ ਪਹੁੰਚ ਚੁੱਕੇ ਸੀਗੇ। ਠੀਕ ਹੈ, ਇਹ ਤਸਵੀਰ ਦੀ ਇਮਾਰਤ ਨੂੰ ਪਹਿਚਾਣੋ। ਠੀਕ ਹੈ ਜੀ, ਸੋ ਜੀ ਇੰਡੀਆ ਗੇਟ ਹੈਗਾ ਜੀ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈਗਾ ਕਹਿੰਦਾ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਲ ਕੀਤਾ, ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ, ਸੰਗੀਤ ਆਦਿ ਖੇਤਰਾਂ ਵਿੱਚ ਕੀਤੀ ਗਈ ਉੱਨਤੀ ਦਾ ਪਤਾ ਅਸੀਂ ਕਿਵੇਂ ਲਗਾ ਸਕਦੇ ਹਾਂ? ਸੋ ਪੁਸਤਕਾਂ ਦੁਆਰਾ ਪਤਾ ਲੱਗਦਾ ਜੀ, ਵੱਖ-ਵੱਖ ਟਾਈਮ ਤੇ ਲਿਖੀਆਂ ਗਈਆਂ ਪੁਸਤਕਾਂ ਦੁਆਰਾ। ਠੀਕ ਹੈ ਜੀ, ਸੋ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ, ਇਹਦੀ ਆਉਣ ਦੀ ਸੰਭਾਵਨਾ ਠੀਕ ਠਾਕ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਇਹਦੇ ਉੱਪਰਲਿਆਂ ਵਿੱਚੋਂ ਜਿਹੜਾ ਹੈਗਾ ਆਹ ਵਾਲਾ ਕੁਐਸਚਨ ਵੀ ਬਹੁਤ ਵਧੀਆ ਕੁਐਸਚਨ ਹੈਗਾ। ਠੀਕ ਹੈ ਜੀ, ਸੋ ਚਲਿਏ ਜੀ ਅੱਗੇ। ਠੀਕ ਹੈ, ਤੁਸੀਂ ਸਾਰੇ ਜਾਣਦੇ ਹੋ ਭਾਰਤ ਸਦੀਆਂ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਭਾਰਤ ਅੰਗਰੇਜ਼ਾਂ ਦੇ ਬਹੁਤ ਜ਼ਿਆਦਾ ਆਰਥਿਕ ਸ਼ੋਸ਼ਣ ਕੀਤਾ। ਅੰਗਰੇਜ਼ਾਂ ਦੁਆਰਾ ਭਾਰਤੀ ਲੋਕਾਂ ਕੀਤੇ ਗਏ ਆਰਥਿਕ ਸ਼ੋਸ਼ਣ ਦਾ ਪਤਾ ਕਿੱਥੋਂ ਲੱਗਦਾ ਹੈ? ਠੀਕ ਹੈ ਜੀ, ਸੋ ਪਿਛਲੇ ਵਾਲਾ ਸੀਗਾ ਜਿਹੜਾ ਤੁਹਾਡੇ ਕੋਲ। ਠੀਕ ਹੈ, ਤੋ ਇਹਦੇ ਵਿੱਚ ਜਿਹੜਾ ਹੈਗਾ ਇਹ ਤੁਹਾਡੇ ਕੋਲ ਆਰਥਿਕ ਸ਼ੋਸ਼ਣ ਦਾ ਪਤਾ ਕਿੱਥੋਂ ਲੱਗਦਾ ਹੈ? ਦੇਖੋ ਚਿੱਤਰਕਾਰੀ ਤੋਂ ਤਾਂ ਲੱਗਣ ਤੋਂ ਰਿਹਾ ਹੈ ਨਾ, ਭਵਨਾਂ ਤੋਂ ਵੀ ਨਹੀਂ ਪਤਾ ਲੱਗਣਾ। ਸੋ ਇਹ ਸਰਕਾਰੀ ਦਸਤਾਵੇਜ਼ ਪਤਾ ਲੱਗਦਾ ਹੈ ਵੀ ਇੱਥੇ ਕਰ ਲੱਗਿਆ, ਇੱਥੇ ਨਹੀਂ ਚਾਹੀਦਾ ਸੀ, ਇੱਥੇ ਧੱਕਾ ਹੋ ਰਿਹਾ। ਸਰਕਾਰੀ ਦਸਤਾਵੇਜ਼ ਇਹ ਚੀਜ਼ ਦੱਸਦੇ ਨੇ। ਠੀਕ ਹੈ, ਸੋ ਇਹ ਕੁਐਸਚਨ ਅਗੇਨ ਵੈਰੀ ਇੰਪੋਰਟੈਂਟ ਹੈ। ਆਪਸੀ ਝਗੜੇ ਕਿਸੇ ਸਾਮਰਾਜ ਦੀ ਨੀਂਹ ਨੂੰ ਹਿਲਾ ਦਿੰਦੇ ਹਨ। ਆਧੁਨਿਕ ਕਾਲ ਦੇ ਆਰੰਭ ਵਿੱਚ ਕਿਹੜੀਆਂ ਸ਼ਕਤੀਆਂ ਦਾ ਆਪਸੀ ਝਗੜਿਆਂ ਕਾਰਨ ਕਮਜ਼ੋਰ ਪੈ ਗਈਆਂ? ਮਰਾਠੇ ਵੀ, ਸਿੱਖ, ਰੋਹਿਲੇ, ਪਠਾਨ ਸਭ ਦਾ ਹੀ ਆਪਸੀ ਝਗੜਾ ਸੀਗਾ ਜੀ, ਉਪਰੋਕਤ ਸਾਰੇ। ਠੀਕ ਹੈ ਜੀ, ਉਸ ਤੋਂ ਬਾਅਦ ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਹਿਚਾਣੋ। ਠੀਕ ਹੈ ਜੀ, ਸੋ ਜੀ ਸਾਫ਼ ਦੇਖੋ ਜੀ ਇਹ ਸੰਸਦ ਭਵਨ ਹੈਗਾ ਤੁਹਾਡੇ ਕੋਲ। ਠੀਕ ਹੈ, ਲਾਲ ਕਿਲਾ ਨਹੀਂ ਹੈਗਾ ਤੁਹਾਡੇ ਕੋਲ, ਕੁਤਬ ਮੀਨਾਰ ਵੀ ਨਹੀਂ ਹੈਗਾ, ਸੰਸਦ ਭਵਨ ਹੈ। ਤੇ ਬਹੁਤ ਸਾਰੇ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਆਂ ਦੇ ਸੰਘਰਸ਼ ਤੋਂ ਬਾਅਦ ਭਾਰਤ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਕਦੋਂ ਆਜ਼ਾਦੀ ਪ੍ਰਾਪਤ ਕੀਤੀ? ਸੋ 1947 ਤੱਕ ਕਿਤੇ ਹੈ ਹੀ ਨਹੀਂ ਗਾ, ਸੋ ਆਹ ਆਪਸ਼ਨ ਯੂਜ਼ ਕਰਾਂਗੇ ਆਪਾਂ। ਠੀਕ ਹੈ, 15 ਅਗਸਤ ਸੀਗਾ। ਖੇਰੇਸਾਨੀ ਲਿਖ ਰਹੇ ਹਾਂ ਬਟ ਇਹਨਾਂ 'ਚ 47 ਹੈ ਨਹੀਂ ਕਿਤੇ, ਸੋ ਨਨ ਆਫ ਦਿਸ ਟਿਕ ਹੋ ਜਾਊਗਾ। ਠੀਕ ਹੈ, ਅੰਗਰੇਜ਼ਾਂ ਦੀ ਇਹਦੇ ਤੋਂ ਇਹਦੇ ਵਿੱਚ ਕਿਹੜੇ ਯੁੱਧ ਹੋਏ? ਠੀਕ ਹੈ, ਤੇ ਅੰਗਰੇਜ਼ਾਂ ਦੀ ਸੱਤਾ ਦਾ ਰਾਹ ਖੁੱਲਿਆ। ਕਰਨਾਟਕ ਦੇ ਯੁੱਧ ਹੋਏ ਜੀ। ਠੀਕ ਹੈ ਜੀ, ਸੋ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਲਾਜ਼ਮੀ ਆਉਣਾ। ਅੰਗਰੇਜ਼ਾਂ ਨੇ ਆਪਣਾ ਜਿਹੜਾ ਰਾਜ ਹੈ ਉਹ ਕਰਨਾਟਕਾ ਦੇ ਯੁੱਧ ਨਾਲ ਹੀ ਸਥਾਪਿਤ ਕੀਤਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈਗਾ ਸਮੀਰ ਦੇ ਚਾਚਾ ਜੀ ਨੇ ਪੁੱਛਿਆ ਕਿ 18ਵੀਂ ਸਦੀ ਜਦੋਂ ਆਧੁਨਿਕ ਕਾਲ ਦਾ ਆਰੰਭ ਹੋਇਆ ਉਸ ਸਮੇਂ ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਸਵਦੇਸ਼ੀ ਸ਼ਕਤੀਆਂ ਆਪਸ ਵਿੱਚ ਸੰਘਰਸ਼ ਛਿੜ ਗਿਆ। ਇਤਿਹਾਸਕਾਰਾਂ ਨੇ ਉਸ ਕਾਲ ਨੂੰ ਹਨੇਰ ਯੁੱਗ ਦਾ ਨਾਂ ਦਿੱਤਾ ਜੀ। ਸੋ ਹਨੇਰ ਯੁੱਗ ਦਾ ਨਾਂ ਦਿੱਤਾ ਜੀ। ਠੀਕ ਹੋ ਗਿਆ।
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? 18ਵੀਂ ਸਦੀ ਵਿੱਚ ਮੁਗਲ ਸਾਮਰਾਜ ਤਾਕਤਵਰ ਨਹੀਂ ਰਿਹਾ। ਪੱਕੀ ਗੱਲ ਹੈ। ਔਰੰਗਜ਼ੇਬ ਮਰ ਗਿਆ ਸੀ, ਜਿਹੜਾ ਉਹ ਬਹਾਦਰ ਸ਼ਾਹ ਜ਼ਫਰ ਸੀ, ਉਹ 'ਚ ਇੰਨੀ ਗੱਲਬਾਤ ਹੈ ਨਹੀਂ ਸੀਗੀ। 18ਵੀਂ ਸਦੀ ਵਿੱਚ ਭਾਰਤ ਸਮਾਜ ਵਿੱਚ ਬੁਰਾਈਆਂ ਪ੍ਰਚਲਿਤ ਸਨ। ਸੌਰੀ, ਇਹ ਵੀ ਠੀਕ ਹੈ ਜੀ। ਸੋ ਦੋਵੇਂ ਠੀਕ ਹਨ। ਠੀਕ ਹੋ ਗਿਆ ਜੀ। ਸੋ 13 ਕੁਐਸਚਨ ਹੋ ਗਏ ਜੀ। ਚੱਲੀਏ ਅੱਗੇ। ਤੋ ਤਸਵੀਰ ਵਿੱਚ ਮੈਸੂਰ ਦਾ ਸ਼ਾਸਕ, ਠੀਕ ਹੈ ਜੀ, ਇਹ ਟੀਪੂ ਸੁਲਤਾਨ ਦੀ ਫੋਟੋ ਹੈਗੀ ਹੈ ਜੀ ਤੁਹਾਡੇ ਕੋਲ। ਸੋ ਵੈਰੀ ਇੰਪੋਰਟੈਂਟ ਹੈ ਇਹ, ਠੀਕ ਹੈ। ਫੋਟੋ ਆਵੇ ਨਾ ਆਵੇ, ਮੈਸੂਰ ਦਾ ਜਿਹੜਾ ਸ਼ਾਸਕ ਆਊਗਾ, ਹੈਦਰ ਅਲੀ ਦੇ ਡੈਡੀ ਦਾ ਨਾਂ ਸੀ ਟੀਪੂ ਸੁਲਤਾਨ ਤੁਹਾਡੇ ਕੋਲ ਜੇ, ਠੀਕ ਹੈ। ਉਸ ਤੋਂ ਬਾਅਦ ਕਹਿੰਦਾ ਵੀ ਭਾਰਤ ਵਿੱਚ ਆਪਣੇ ਹਸਤ ਸ਼ਿਲਪੀਆਂ ਲਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਸੀ, ਕਿਹਨਾਂ ਦੇ ਆਉਣ ਨਾਲ ਹਸਤ ਦਸਤਕਾਰ ਬਰਬਾਦ ਹੋ ਗਏ? ਅੰਗਰੇਜ਼ਾਂ ਨਾਲ ਜੀ, ਕਿਉਂਕਿ ਆਹ ਲੋਕ ਤਾਂ ਬਹੁਤ ਘੱਟ ਰਹੇ ਨੇ ਨਾ। ਅਲਟੀਮੇਟਲੀ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਆਪਣੇ ਉੱਤੇ, ਤਾਂ ਇਹਨਾਂ ਨੇ ਸਾਰਾ ਕੁਝ ਖਤਮ ਕਰ ਦਿੱਤਾ, ਠੀਕ ਹੈ। ਅਵਧ ਵਿੱਚ ਸੁਤੰਤਰ ਰਾਜ ਦੀ ਨੀਂਹ ਕਿਹਨੇ ਦਿੱਤੀ? ਸਆਦਤ ਖਾਨ ਨੇ ਦਿੱਤੀ ਜੀ, ਅਵਧ ਦੇ ਵਿੱਚ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਹੋ ਗਈ ਤੁਹਾਡੇ ਕੋਲ, ਠੀਕ ਹੋ ਗਿਆ ਜੀ। ਸੋ ਅੱਗੇ ਚਲਿਏ ਜੀ। ਹਾਂਜੀ, ਇਤਿਹਾਸ ਅਤੀਤ ਦਾ ਅਧਿਐਨ ਹੈ। ਇਤਿਹਾਸਕਾਰਾਂ ਨੇ ਇਤਿਹਾਸ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ? ਪ੍ਰਾਚੀਨ ਇਤਿਹਾਸ ਹੁੰਦਾ, ਮੱਧਕਾਲ ਹੁੰਦਾ ਤੇ ਆਧੁਨਿਕ ਹੁੰਦਾ। ਤਾਂ 3 ਹਿੱਸੇ ਹੋ ਗਏ ਜੀ। ਇੱਕ ਪ੍ਰਾਚੀਨ ਹੁੰਦਾ ਜੀ, ਐਂਸ਼ੀਅੰਟ, ਮੱਧਕਾਲ ਮੈਡੀਵਲ, ਮਾਡਰਨ ਆਧੁਨਿਕ, ਠੀਕ ਹੈ ਜੀ। ਸੋ ਇਹ ਹੋ ਗਿਆ। ਭਾਰਤ ਵਿੱਚ ਜਦੋਂ ਭਾਰਤ ਉੱਤੇ ਬਾਬਰ, ਹਮਾਯੂ ਤੇ ਅਕਬਰ ਵਰਗੇ ਮੁਗਲ ਬਾਦਸ਼ਾਹਾਂ ਦੇ ਰਾਜ ਕੀਤੇ, ਉਸ ਸਮੇਂ ਭਾਰਤ ਵਿੱਚ ਕਿਹੜਾ ਕਾਲ ਸੀ? ਮੱਧਕਾਲ ਸੀ ਜੀ, ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਜੀ। ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਇੰਡੀਆ ਗੇਟ ਦਿੱਲੀ ਦੀ ਕਿਹੜੀ ਤਸਵੀਰ ਹੈ? ਆ ਸੰਸਦ ਭਵਨ ਹੈ, ਤਾਜ ਮਹਿਲ ਹੈ। ਸੋ ਇੰਡੀਆ ਗੇਟ ਆਹੀ ਹੈ ਜੀ ਤੁਹਾਡਾ, ਠੀਕ ਹੈ ਜੀ। ਤੋ ਉਸ ਤੋਂ ਬਾਅਦ ਹੈਗਾ ਜੀ ਤੁਹਾਡੇ ਕੋਲ, ਠੀਕ ਹੈ, ਇਹ ਤਸਵੀਰ ਭਾਰਤ ਦੇ ਇਤਿਹਾਸ ਦੇ ਕਿਸ ਸਰੋਤ ਤੋਂ ਹੈ? ਮਤਲਬ ਤਸਵੀਰ ਭਾਰਤੀ ਇਤਿਹਾਸ ਦੇ ਕਿਸ ਸਮੇਂ ਦੇ ਸਰੋਤ ਵਿੱਚੋਂ ਹੈ? ਠੀਕ ਹੈ ਜੀ। ਆਧੁਨਿਕ ਭਾਰਤੀ ਇਤਿਹਾਸ ਕਹਿੰਦੇ ਇਹਨੂੰ, ਆਧੁਨਿਕ ਦੇ ਵਿੱਚੋਂ, ਮਾਡਰਨ ਦੇ ਵਿੱਚੋਂ, ਠੀਕ ਹੈ ਜੀ। ਸੋ ਇਹ ਹੋ ਗਿਆ ਜੀ ਤੁਹਾਡੇ ਕੋਲ ਜਿਹੜਾ ਹੈਗਾ ਹੈ, ਠੀਕ ਹੈ। ਸੋ ਮੇਰਾ ਖਿਆਲ ਹੈ ਤੁਹਾਡੇ ਪਾਸ ਤੁਹਾਨੂੰ ਠੀਕ ਠਾਕ ਢੰਗ ਨਾਲ ਸਮਝ ਆ ਗਈ ਹੋਏਗੀ ਸ਼ੀਟ, ਠੀਕ ਹੈ। ਸੇ ਇਹਦੇ ਵਿੱਚੋਂ ਜਿਹੜੇ ਹੈਗੇ ਇੰਪੋਰਟੈਂਟ ਕੁਐਸਚਨਸ ਮੈਂ ਤੁਹਾਨੂੰ ਲਗਵਾ ਤੇ ਇੱਕ ਵਾਰ ਮੈਂ ਜ਼ਿਆਦਾ ਇੰਪੋਰਟੈਂਟ ਦੱਸ ਦਿੰਦਾ। 16ਵੀਂ ਸਦੀ ਵਾਲਾ ਇੰਪੋਰਟੈਂਟ ਹੈ, ਅੰਗਰੇਜ਼ਾਂ ਦਾ ਰਾਜ ਸੀਗਾ, ਇਹ ਵੀ ਇੰਪੋਰਟੈਂਟ ਹੈਗਾ ਹੈ। ਕਰਨਾਟਕਾ ਦੀਆਂ ਲੜਾਈਆਂ ਲੜ ਕੇ ਜਿਹੜਾ ਹੈਗਾ ਹੈ ਤੁਹਾਡੇ ਕੋਲ ਉਹ, ਤੇ ਮੁਗਲ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਲਗਭਗ ਕੁਐਸਚਨ ਸਾਰੇ ਹੀ ਇੰਪੋਰਟੈਂਟ ਹੈਗੇ ਨੇ ਜੀ। ਤੁਸੀਂ ਇਸ ਸ਼ੀਟ ਨੂੰ ਸੋਲਵ ਕਰ ਲਓ। ਇਹਦੇ ਉੱਤੇ ਪਾਰਟ 6 ਲਿਖਿਆ, ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਲਿਖਿਆ 6 ਤੁਹਾਡੇ ਕੋਲ, ਪਾਰਟ 6, ਠੀਕ ਹੈ ਜੀ। ਇਹ ਜਿਹੜੀ ਸਿਲੇਬਸ 'ਚ ਨੰਬਰਿੰਗ ਪਬਲਿਸ਼ ਹੋਈ ਹੈ, ਉਸ ਨੰਬਰਿੰਗ ਦੇ ਅਕੋਰਡਿੰਗ ਲਿਖਿਆ ਹੋਊਗਾ ਜਾਂ ਕੁਛ ਉੱਦਾਂ ਦਾ ਹੋਊਗਾ। ਅਦਰਵਾਈਜ਼ ਇਹਦਾ ਬੁੱਕ ਵਿੱਚ ਪਾਰਟ ਹੈਗਾ ਉਹ ਡਿਫਰੈਂਟ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਸੋ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਜੀ। ਬਾਕੀ ਸ਼ੀਟਾਂ ਵੀ ਤੁਹਾਨੂੰ ਇੱਦਾਂ ਹੀ ਸੋਲੂਸ਼ਨ ਜਿਹੜੇ ਹੈਗੇ ਆ ਮਿਲਦੇ ਰਹਿਣਗੇ, ਠੀਕ ਹੈ ਜੀ। ਸੋ ਬੈਲ ਆਈਕਨ ਦਬਾ ਲਓ ਜੀ। ਪੇਪਰ ਦੇ ਆਉਣ ਤੱਕ ਜਿਹੜਾ ਹੈਗਾ ਤੁਹਾਨੂੰ ਕਾਫੀ ਚੀਜ਼ਾਂ ਇਸ ਚੈਨਲ ਤੇ ਮਿਲ ਜਾਣਗੀਆਂ। ਸਿਰਫ ਇੱਕ ਪਲੇਲਿਸਟ ਜ਼ਰੂਰ ਦੇਖ ਲਿਆ ਕਰੋ, ਤੁਹਾਡੇ ਕੋਲ ਪਲੇਲਿਸਟ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ, ਠੀਕ ਹੈ ਜੀ। ਸੋ ਥੈਂਕ ਯੂ।